उन्हें अपने को एक वायर गिवन आ, उस वायर ली कंडीशन उन्हें ये कही है कि आर रेडियस, गुड मॉर्निंग बच्चे, उन्हें अपन ਉਹਦੇ ਚ ਕਿਹਾ ਵਾ ਕਿ ਵੀ ਆਰ ਰੇਡੀਅਸ ਵਾਲੀ ਵਾਇਰ ਜਿਹੜੀ ਹੈ ਨਾ, ਉਸ ਵਾਇਰ ਨੂੰ ਤੁਸੀਂ ਸਟ੍ਰੈਚ ਕੀਤਾ ਬਿਨਾ ਬਹੁਤਾ ਖਿੱਚੇ, ਮਤਲਬ ਅਸੀਂ ਖਿੱਚ ਕੇ ਤਾਰ ਨਹੀਂ ਬੰਨੀ ਹੋਈ, ਠੀਕ ਹੈ, ਥੋੜੀ ਜੀ ਤੁਸੀਂ ਉਹਨੂੰ ਰਿਲੈਕਸ ਸਟੇਟ ਚ ਤਾਰ ਬੰਨਦੇ, ਕਿਉਂਕਿ ਉਹਨੇ ਵਰਡ ਯੂਜ਼ ਕੀਤਾ ਵਿਦਆਊਟ ਟੈਂਸ਼ਨ, ਠੀਕ ਹੈ। ਔਰ ਉਸ ਵਾਇਰ ਨੂੰ ਤੁਸੀਂ ਦੋ ਐਂਡ ਦੇ ਵਿੱਚ ਫਿਕਸ ਕਰ ਲਿਆ। ਮੰਨ ਲਓ ਮੇਰੇ ਜਿਹੜੇ ਕਮਰੇ ਬੈਠੇ ਦੀਆਂ ਦੋ ਦੀਵਾਰਾਂ ਜਿਹੜੀਆਂ ਨੇ, ਇਹਨਾਂ ਦੋ ਦੀਵਾਰ ਦੇ ਉੱਤੇ ਮੈਂ ਕੇਬਲ ਲਗਾ ਕੇ ਤਾਰ ਬੰਨ ਦਿੱਤੀ ਇੱਕ, ਇੰਨੀ ਗੱਲ ਸਮਝ ਲੱਗੀ? Yes, sir. ਹੁਣ ਅੱਗੇ ਉਹਨੇ ਕੀ ਕਿਹਾ ਵਾ ਤੁਹਾਡੇ ਕੋਲ, what is the tension in the wire, ਵਾਇਰ 'ਚ ਟੈਂਸ਼ਨ ਬਿਲਟ ਅਪ ਹੋਏਗੀ, ਯਾਨੀ ਫੋਰਸ ਆਏਗੀ, ਠੀਕ ਹੈ। ਕਦੋਂ ਆਏਗੀ? when it is pulled in the shape ACB, ਯਾਨੀ ਜਦੋਂ ਤੁਸੀਂ ਵਾਇਰ ਨੂੰ ਉਹਦੇ ਮਿਡ ਪੁਆਇੰਟ ਤੋਂ ਕਿਤੋਂ ਫੜ ਕੇ ਥੱਲੇ ਨੂੰ ਖਿੱਚਦੇ ਹੋ। ਇੱਥੇ ਮੰਨੋ ਮੇਰੇ ਅੱਗੇ ਤਾਰ ਲੱਗੀ ਹੋਈ ਆ, ਮੈਂ ਸੈਂਟਰ 'ਚੋਂ ਤਾਰ ਨੂੰ ਫੜ ਕੇ ਜਦੋਂ ਥੱਲੇ ਨੂੰ ਖਿੱਚਾਂਗਾ ਤੇ ਵਾਇਰ ਮੇਰੀ ਜਿਹੜੀ ਹੋਏਗੀ ਉਹ ਐਸ ਚ ਬੈਂਡ ਫਾਰਮ ਚ ਆ ਜਾਊਗੀ। Yes, sir. ਉਹਨੇ ਕਿਹਾ ਕਿ ਉਸ ਕੰਡੀਸ਼ਨ ਦੇ ਅੰਦਰ ਜਦੋਂ ਵਾਇਰ ਇਸ ਕਹਿੰਦਾ ਜੀ ਐਸਐਚ ਏਸੀਬੀ ਸ਼ੇਪ ਚ ਆਏਗੀ, ਉਸ ਵੇਲੇ ਵਾਇਰ ਦੇ ਅੰਦਰ ਟੈਂਸ਼ਨ ਯਾਨੀ ਵਾਇਰ ਦੇ ਉੱਤੇ ਫੋਰਸ ਕਿੰਨੀ ਆ, ਤੇ ਗਿਵਨ ਉਹਨੇ ਕੀ ਕਹਿ ਦਿੱਤਾ, ਯੰਗ ਮੋਡੂਲਸ ਵਾਈ, ਯਾਨੀ ਆਪਣਾ ਕੁਐਸਚਨ ਨੂਮੈਰੀਕਲ ਦੇ ਐਸਐਚ ਕੋਈ ਉਦਾਂ ਨਹੀਂ ਬੰਨਾ, ਕੈਲਕੂਲੇਟਡ ਵੈਲਿਊ ਨਹੀਂ ਆਣੀ, ਇਹ ਵੇਰੀਏਬਲ ਦੀ ਫਾਰਮ ਚ ਆਨਸਰ ਬੰਨਾ ਵਾ। ਇਨੀ ਗੱਲ ਸਮਝ ਲੱਗੀ ਬੱਚੇ? Yes, sir. Yes, sir. स्टेटमेंट वाइज अपने को की कंडीशन आ, आप इहनू किहदे नाल जाके लिंक करिए वो समझियो जरा। अपने को क्वेश्चन दे अंदर उन्हें अपन नू क्या है कि तुहाडे कोल एक वायर सीगी जिहड़ी AB वायर सीगी, ठीक है, R इस वायर दा रेडियस आ, ते जे R इस वायर दा रेडियस आ मतलब इहदा क्रॉस सेक्शनल एरिया कुछ होएगा। इहदा मतलब आपां जे डिफाइन करिए कि एरिया ऑफ क्रॉस सेक्शन ऑफ द वायर ते ओ मेरे कोल पाई R स्क्वायर आ जाओ। Yes, sir. Yes, sir. मतलब ਜਿਹੜੇ ਵੇਰੀਏਬਲ ਦਿੱਤੇ ਨਾ, ਆਪਾਂ ਉਹਨਾਂ ਵੇਰੀਏਬਲ ਨਾਲ ਸੋਚਿਆ ਕੀ ਕੀ ਬਣ ਸਕਦਾ, ਤੇ ਰੇਡੀਅਸ ਦਾ ਵਾਇਰ ਦਾ ਰੇਡੀਅਸ ਦਾ ਮਤਲਬ ਆ ਵਾਇਰ ਦਾ ਇਥੋਂ ਏਰੀਆ ਬਿਲਟ ਅਪ ਹੁੰਦਾ ਪਿਆ। ਅੱਗੇ ਜਾ ਕੇ ਉਹਨੇ ਯੰਗ ਮੋਡੂਲਸ ਦਿੱਤਾ, ਇਹਦਾ ਮਤਲਬ ਜੇ ਮੇਰਾ ਇੱਕ ਨੋਨ ਵੇਰੀਏਬਲ ਜਿਹੜਾ ਵਾ ਉਹ ਯੰਗ ਮੋਡੂਲਸ ਮੇਰੇ ਕੋਲ ਗਿਵਨ ਹੋਵੇ, ਤੇ ਇਹਦਾ ਮਤਲਬ ਮੈਂ ਕਿਤੇ ਨਾ ਕਿਤੇ ਯੰਗ ਮੋਡੂਲਸ ਦੀ ਫਾਰਮ ਚ ਇਹਨੂੰ ਸੋਚਣਾ ਸ਼ੁਰੂ ਕਰਾਂ, ਠੀਕ ਹੈ। ਉਹਨੇ ਕਿਹਾ ਕਿ ਵਾਇਰ ਦੀ ਆਪਣੇ ਕੋਲ ਐਸਾ ਕੁਝ ਲੈਂਥ ਗਿਵਨ ਆ, ਵਾਇਰ ਦੀ ਲੈਂਥ ਆਪਣੇ ਕੋਲ 2L ਗਿਵਨ ਆ, ठीक है। वायर नो तुसी इथों सेंटर तो फड़िया थले नु खिंच लिया, अल्टीमेट मेरी वायर जेडी होएगी वो ऐसा च कुछ इस शेप दे अंदर वो कहंदा जी बेंड होगी, ठीक है। यानी वायर मेरी आ ट्रायंगल दी फॉर्म कुछ बनाने लग गई। वायर तुसी अपनी पोजीशन तो स्मॉल लेंथ जेडी आ वो डाउन कीती आ, ठीक है, जिन्हों ਅਸੀਂ ਮੰਨਦੇ ਪਏ ਉਹ D लेंथ ਉਹਦੀ डाउन ਕੀਤੀ ਅਸੀਂ, ਇਨਾ ਕਲੀਅਰ ਆ? Yes, sir. Yes, sir. ਨੇ ਆਪਣੇ ਕੁਐਸਚਨ ਚ ਕਿਹਾ ਕਿ ਜਦੋਂ ਵਾਇਰ ਇਸ ਸ਼ੇਪ ਚ ਆਈ ਨਾ, ਉਦੋਂ ਦੱਸੋ ਵਾਇਰ ਤੇ ਅਸੀਂ ਤੋਂ ਕਿੰਨੀ ਫੋਰਸ ਲਗਾ ਕੇ ਇਹਨੂੰ ਖਿੱਚਿਆ ਸੀਗਾ। ਹੁਣ ਇਹਦੇ ਫਾਰਮੂਲੇ ਤੋਂ ਜੇ ਗੱਲ ਕਰਨੀ ਸ਼ੁਰੂ ਕਰੀਏ ਤੇ ਵੀ ਨੋ ਦੈਟ ਯੰਗ ਮੋਡੂਲਸ ਦਾ ਕੀ ਫਾਰਮੂਲਾ ਹੁੰਦਾ ਜੀ? F upon A L into upon delta L. F upon A into delta L by L, है ना? ਆ ਫਾਰਮੂਲਾ ਆਪਣੇ ਕੋਲ ਬਣ ਜੂ। ਆਪਾਂ ਲੱਭਣਾ ਕੀ ਆ? ਫੋਰਸ ਨੂੰ, ਯਾਨੀ ਟੈਂਸ਼ਨ ਨੂੰ। ਇਹਦਾ ਮਤਲਬ ਜੇ ਮੈਂ F ਇਥੋਂ ਕੈਲਕੂਲੇਟ ਕਰਨਾ ਤੇ F ਦਾ ਫਾਰਮੂਲਾ YA into delta L by L ਆ ਗਿਆ। ਹੁਣ ਇਹਦੇ ਹਿਸਾਬ ਨਾਲ ਚਲੀਏ, Y ਮੇਰੇ ਕੁਐਸਚਨ 'ਚ ਗਿਵਨ ਹੋ ਗਿਆ, ਇਹਦੀ ਕੁਝ ਵੈਲਿਊ ਦਿੱਤੀ ਹੁੰਦੀ ਉਹ ਭਰ ਦਿੰਦੇ। ਆਪਣੇ ਕੋਲ Y ਵੇਰੀਏਬਲ ਆ, ਆਪਾਂ ਇੱਥੇ Y ਲਿਖ ਲਿਆ। ਏਰੀਆ ਦੀ ਥਾਂ ਤੇ ਮੈਂ ਲਿਖਣਾ ਹੋਵੇ, ਏਰੀਆ ਦੀ ਥਾਂ ਤੇ ਮੈਂ ਲਿਖਣਾ ਹੋਵੇ ਰੇਡੀਅਸ ਦੀ ਫਾਰਮ 'ਚ R ਮੇਰੇ ਕੋਲ ਹੈਗਾ ਸੀਗਾ ਤੇ ਏਰੀਆ ਪਾਈ R ਸਕੁਅਰ ਆ ਗਿਆ, ਇਨਟੂ ਮੇਰੇ ਕੋਲ ਡੈਲਟਾ L ਬਾਈ ਕਹਿੰਦਾ ਜੀ ਲੈਂਥ ਆਫ ਦਾ ਵਾਇਰ। ਵਾਇਰ ਦੀ ओरिजिनल ਲੈਂਥ ਜਿਹੜੀ ਆ ਉਹ 2L ਗਿਵਨ ਆ, ਇਹਨੂੰ L ਡੈਸ਼ ਪਾ ਦੇਣਾ ਸਿੰਬਲ। L ਡੈਸ਼ ਜਾਂ L ਮੇਰੇ ਕੋਲ ਕੀ ਚੀਜ਼ ਆ ਬੇਟਾ? Original length. Original length. ओरिजिनल लेंथ। ਤੇ ਸਾਡੀ ओरिजिनल ਲੈਂਥ A ਔਰ B ਚ ਅਸੀਂ ਬੰਨੀ ਸੀ। Yes, sir. A ਤੋਂ B ਦੇ ਵਿੱਚ ਵਾਇਰ ਦੀ ਲੈਂਥ ਆਪਣੇ ਕੋਲ ਜਿਹੜੀ ਉਹ 2L ਆ। ਇਹਦਾ ਮਤਲਬ ਇੱਕ ਵੇਰੀਏਬਲ ਆਪਣਾ ਜਿਹੜਾ SH ਤੋਂ ਜਿਹੜਾ ਫਸਦਾ ਪਿਆ, ਠੀਕ ਹੈ, ਜਿਹੜਾ ਆ 2L ਤੇ D ਦੀ ਫਾਰਮ ਚ ਬਣਨਾ। ਹੁਣ ਆਪਾਂ ਨੂੰ ਇੱਥੇ ਇੱਕ ਪ੍ਰਾਪਰਟੀ ਆਣੀ ਚਾਹੀਦੀ ਦਿਮਾਗ 'ਚ, ਡੈਲਟਾ L। ਡੈਲਟਾ L ਹੈਗੀ ਮੇਰੀ ਜਿਹੜੀ ਚੇਂਜ ਇਨ ਲੈਂਥ ਆਈ ਆ। ਉਹ ਕਹਿੰਦਾ ਪੁੱਤ ਜਿਹੜੀ ਵਾਇਰ ਦੀ ओरिजिनल ਲੈਂਥ ਆ ਤੇ ਖਿੱਚਣ ਤੋਂ ਬਾਅਦ ਜਿਹੜੀ ਵਾਇਰ ਦੀ ਨਵੀਂ ਲੈਂਥ ਆ, ਇਹਨਾਂ ਦੋਨਾਂ 'ਚ ਜੋ ਡਿਫਰੈਂਸ ਹੋਏਗਾ ਉਹ ਮੇਰੀ ਚੇਂਜ ਇਨ ਲੈਂਥ ਹੋਊਗੀ। Yes, sir. Yes, sir. ਜੇ ਮੈਂ ਚੇਂਜ ਇਨ ਲੈਂਥ ਬਣਾਣੀ ਆ
ਜੇ ਮੈਂ ਇੱਕ ਵੇਰੀਏਬਲ ਨੂੰ ਸੋਚਾਂ ਇਸ ਕੁਐਸਚਨ ਦੇ ਅੰਦਰ ਤਾਂ ਮੈਨੂੰ ਇੱਕ ਵੇਰੀਏਬਲ ਬਣਾਉਣਾ ਪਏਗਾ ਮੇਨ, ਔਰ ਉਹ ਵੇਰੀਏਬਲ ਹੈਗਾ ਮੇਰਾ ਚੇਂਜ ਇਨ ਲੈਂਥ। ਤੇ ਪੁੱਤ ਚੇਂਜ ਇਨ ਲੈਂਥ ਜੇ ਆਪਾਂ ਫਿਗਰ ਵਾਈਜ਼ ਬੋਲੀਏ, ਆਪਣੀ ਨਵੀਂ ਵਾਇਰ ਜਿਹੜੀ ਆ ਉਹ ACB ਯਾਨੀ AC plus CB ਨੂੰ ਐਡ ਕਰਾਂ, ਇਹ ਉਹਦੀ ਨਵੀਂ ਲੈਂਥ ਬਣੂਗੀ। Yes, sir. ਤੇ ਵਾਇਰ ਦੀ origignal ਲੈਂਥ ਜਿਹੜੀ AB ਆ, ਇਹਦਾ ਮਤਲਬ ਜਿਹੜੀ ਨਵੀਂ ਲੈਂਥ ਆਈ ਤੇ ਜਿਹੜੀ origignal ਆ, ਇਹਨਾਂ ਦੋ ਦਾ ਡਿਫਰੈਂਸ ਸੋਚੀਏ, ਫਿਰ ਉਹਨੂੰ ਮੈਨੂਪੂਲੇਟ ਕਰਕੇ ਆਪਾਂ ਇੱਥੇ ਡੈਲਟਾ ਐਲ ਦੀ ਥਾਂ ਤੇ ਭਰਾਂਗੇ। ਇੱਥੇ ਲਿਖੀਏ ਤੇ ਆਪਣੇ ਕੋਲ ਜਾ ਕੇ ਜਿੱਥੇ ਹੁਣ ਵੇਰੀਏਬਲ ਰੁਕਿਆ ਵਾ ਉਹ ਡੈਲਟਾ ਐਲ ਆ, ਤੇ ਇਸ ਲਈ ਆਪਾਂ ਡੈਲਟਾ ਐਲ ਦੀ ਵੈਲਿਊ ਬਣਾ ਲਈ। ਆਪਾਂ ਇਤਵਾ ਲੈ ਲੈਣੇ ਕਿ ਡੈਲਟਾ ਐਲ ਕੀ ਆਏਗਾ, ਵਾਇਰ ਦੀ ਨਿਊ ਲੈਂਥ ਜਿਹੜੀ ਕਿ AC plus CB ਆ, ਇਹਦੇ ਵਿੱਚੋਂ ਵਾਇਰ ਦੀ origignal ਲੈਂਥ ਜਿਹੜੀ ਕਿ AB ਆ, ਇਹਨੂੰ ਮਾਈਨਸ ਕਰਾ ਲਈਏ ਤੇ ਆਪਣੀ ਚੇਂਜ ਇਨ ਲੈਂਥ ਬਣੂ। Yes, sir. Yes, sir. Yes, sir. ਸੋ ਹੁਣ ਜਿਹੜਾ ਤੁਸੀਂ ਐਸ ਚ ਦੇਖੋ, ਇਹ ਚ AB ਦਾ ਮੇਰਾ 2L ਆ ਤੇ AC plus CB ਦੀ ਆਪਾਂ ਵੈਲਿਊ ਬਣਾਣੀ ਆ। ਅਸੀਂ ਕਹਿੰਦੇ ਜੀ ਵਾਇਰ ਨੂੰ ਅਸੀਂ ਐਸ ਚ ਜਿਹੜਾ ਵਾ ਸਿਮੈਟ੍ਰੀਕਲੀ ਜਦੋਂ ਉਹਦੇ ਸੈਂਟਰ ਤੋਂ ਐਸ ਚ ਸਟ੍ਰੈਚ ਕਰਦਾ ਪਿਆ, ਤੇ ਆ ਜਿਹੜੀ ਆਪਣਾ ਇੱਕ ਪ੍ਰੋਪਰਟੀ ਪਤਾ, ਇਹਦੇ ਵਿੱਚ ਇੱਕ ਪ੍ਰੋਪਰਟੀ ਆਪਾਂ ਇਹ ਸੋਚ ਲਈਏ ਕਿ ਵੀ ਜਿਹੜੀ ਸਮ ਆਫ ਦਾ 2 ਆਪਣੇ ਕੋਲ ਆਏਗੀ, ਉਹਦੇ ਨਾਲ ਜਿਹੜੀ ਥਰਡ ਸਾਈਡ ਹੁੰਦੀ ਆ, ਠੀਕ ਹੈ, ਅਸੀਂ ਉਹਦੇ ਬਿਹਾਫ ਦੇ ਉੱਤੇ ਜੇ ਚੱਲੀਏ ਤੇ ਆ AC ਇੱਥੇ ਕੁਝ ਪੁਆਇੰਟ ਦਾ ਨਾਮ ਦੇ ਦਿਓ ਇਹਨੂੰ, ਮੰਨ ਲਓ D ਪੁਆਇੰਟ ਆ ਗਿਆ। ਜੇ ਮੈਂ ਇਸ ਟ੍ਰਾਇੰਗਲ ਦੇ ਵਿੱਚ ਚੱਲਾਂ AC plus CB ਨੂੰ ਮੈਂ ਟਵਾਈਸ ਆਫ AC ਲਿਖ ਸਕਦਾ। ਪਹਿਲਾਂ ਆਪਾਂ ਇਸ ਦੋ ਲੈਂਥ ਦੀ ਗੱਲ ਕਰ ਲਈਏ। AC ਤੇ CB ਆਪਣੀ ਜਿਹੜੀ ਆ, ਜੇ ਆਪਾਂ ਸਿਮੈਟ੍ਰੀਕਲੀ ਵਾਇਰ ਨੂੰ ਐਸ ਸਟ੍ਰੈਚ ਕਰਦੇ ਪਏ, ਕਿਉਂਕਿ ਉਹਨੇ ਕੋਈ ਕੰਡੀਸ਼ਨ ਨਹੀਂ ਦਿੱਤੀ ਕਿ ਵੀ ਇਹਨੂੰ 2L ਦੇ ਵਿੱਚੋਂ ਕਿੰਨੇ ਕੁ ਪੋਰਸ਼ਨ ਤੇ ਜਾ ਕੇ ਆਪਾਂ ਸਟ੍ਰੈਚ ਕੀਤਾ, ਇਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਫੋਰਸ ਲਗਾਈ ਆ ਉਹ ਇਹਦੇ ਮਿਡਲ ਤੋਂ ਲਗਾਈ ਹੋਗੀ। Yes, sir. आवाज आ रही? ओ बच्चे आवाज आ रही है? Yes, sir. Yes, sir. तो वो तो बोलो तो सही बच्चे। ਇਹਦਾ ਮਤਲਬ ਜਿਹੜੀ ਆਪਣੇ ਕੋਲ ਆ AC ਤੇ CB ਲੈਂਥ ਹੋਏਗੀ, ਇਹ ਐਸ ਸੱਚ ਮੇਰੇ ਕੋਲ ਟ੍ਰਾਇੰਗਲ ਦੀ ਸਿਮੈਟਰੀ ਦੇ ਅਕੋਰਡਿੰਗਲੀ ਦੋਨੋਂ ਪਾਸੇ ਇਕੁਅਲ ਹੋਏਗੀ। Yes, sir. Yes, sir. ਜੇ ਮੈਂ ਇਸ ਚੀਜ਼ ਨੂੰ ਲਿਖਾਂ ਤਾਂ देयरफॉर डेल्टा L ਨੂੰ ਆਪਾਂ ਟਵਾਈਸ AC ਲਿਖ ਦਈਏ, यानी CB AC ਦੇ ਇਕੁਅਲ ਆ ਜਾਏ, ਟਵਾਈਸ AC ਮਾਈਨਸ AB ਆ ਜਾਏ, ਤੇ ਇਹਦਾ ਮਤਲਬ ਮੈਂ AC ਦੀ ਵੈਲਿਊ ਕੱਢ ਲਵਾਂ। ਹੁਣ AC ਮੇਰੇ ਕੋਲ ਨਹੀਂ ਨੋਨ, ਪਰ ਮੇਰੇ ਕੋਲ ਆ AD ਤੇ ਇਧਰੋਂ DC ਦੀ ਲੈਂਥ ਮੇਰੇ ਕੋਲ ਨੋਨ ਹੈਗੀ ਆ। Yes, sir. Yes, sir. तो ਜੇ ਮੈਂ AC ਦੀ ਲੈਂਥ ਕੱਢਣੀ ਆ ਤੇ ਇੰਨੇ ਹਿੱਸੇ ਚ ਪਾਈਥਾਗੋਰਸ ਲਗਾ ਕੇ ਆਪਾਂ AC ਦੀ ਲੈਂਥ ਕੱਢ ਦਈਏ, ਤੇ ਆਪਣੇ ਕੋਲ ਇੱਥੇ ਡਿਫਾਈਨ ਕਰ ਲਓ ਕਿ ਵੀ AC ਦੀ ਲੈਂਥ ਆਪਣੇ ਕੋਲ ਕੀ ਆ ਜਾਏਗੀ, ਕਹਿੰਦਾ ਜੀ L ਸਕੁਅਰ ਪਲੱਸ D ਸਕੁਅਰ ਦੀ ਪਾਵਰ 1/2, ਯਾਨੀ ਪਾਈਥਾਗੋਰਸ ਲਗਾ ਕੇ AC ਇੰਨੀ ਲੈਂਥ ਡਿਫਾਈਨ ਕਰ ਦੂਗਾ। Yes, sir. Yes, ਆ sir. ਵੈਲਿਊ ਤੇ ਯੂਜ਼ ਕਰੋ। देयरफॉर ਆਪਣੇ ਕੋਲ ਜਿਹੜਾ ਡੈਲਟਾ L ਬਣਦਾ ਪਿਆ, ਇਹਦੇ ਇਕੁਏਸ਼ਨ ਨੰਬਰ 1 ਦਿਓ, ਲਾਸਟ ਵਿੱਚ ਆ ਕੇ ਭਰਾਂਗੇ। ਆਪਣੇ ਕੋਲ ਆ ਗਿਆ ਜੀ 2 ਟਾਈਮ ਆਫ L ਸਕੁਅਰ ਪਲੱਸ D ਸਕੁਅਰ ਪਾਵਰ 1/2 ਮਾਈਨਸ 2L। ਹੁਣ ਇਹਨੂੰ ਸਿੰਪਲੀਫਾਈ ਕਰਨਾ ਆਪਾਂ, ਹੋਰ ਕੁਝ ਨਹੀਂ ਰਹਿ ਜਾਂਦਾ। ਹੁਣ ਇਹਨੂੰ ਸਿੰਪਲੀਫਾਈ ਕਰੀਏ ਤੇ ਆਪਣੇ ਕੋਲੋਂ ਆ 2L ਹੈਗਾ, ਠੀਕ ਹੈ, ਤੇ ਜੇ ਆ 2L ਹੈਗਾ ਤੇ ਇੱਥੇ ਵੀ 2L ਵਾਸਤੇ L ਨਾਲ ਮਲਟੀਪਲਾਈ, L ਨਾਲ ਇਹਨੂੰ ਕਰੋ ਡਿਵਾਈਡ। ਜਿਹੜਾ L ਡਿਵਾਈਡ ਕਰਾਂਗਾ ਰੂਟ ਦੇ ਅੰਦਰ ਲੈ ਜਾਵਾਂ, ਰੂਟ ਦੇ ਅੰਦਰ L ਸਕੁਅਰ ਬਣਨਾ ਉਹਨੇ। ਇਹਦਾ ਮਤਲਬ ਆਪਣੇ ਕੋਲ ਡੈਲਟਾ L ਦੀ ਵੈਲਿਊ 2L into L ਸਕੁਅਰ plus D ਸਕੁਅਰ over L ਸਕੁਅਰ ਦੀ ਪਾਵਰ 1/2 minus 2L ਆ ਬਣਾ ਸਕਦੇ ਹੋ। ਆ ਸਟੈਪ ਕਲੀਅਰ ਆ? Yes, sir. Yes, sir. ਠੀਕ ਹੈ। Yes, sir. ਜੇ ਆਪਾਂ ਡੈਲਟਾ L ਬਣਾਈਏ ਤੇ ਆਪਣੇ ਕੋਲ ਇਹਦੇ ਵਿੱਚੋਂ 2L ਕਾਮਨ ਕੱਢ ਲਓ, ਇੱਥੇ ਟਰਮ ਬਣ ਗਈ 1 plus D ਸਕੁਅਰ by L ਸਕੁਅਰ, ਇਹਦੀ ਪਾਵਰ 1/2 minus 1, ਇਹਨਾਂ ਆਜੂ ਜੀ। Yes, sir. ਹੁਣ ਵਾਇਰ sir. ਆਪਣੇ ਕੋਲ ਜਿਹੜੀ ਲੈਂਥ ਗਿਵਨ ਆ, ਵਾਇਰ ਦੀ ਲੈਂਥ ਦੇ ਕੰਪੈਰੀਟਿਵਲੀ ਆਪਾਂ ਹੁਣ ਕਰਨ ਕੀ ਲੱਗੇ, ਇੱਥੇ ਇਹਨੂੰ ਸਿੰਪਲੀਫਾਈ ਕਰਨਾ ਹੋਵੇ ਤਾਂ ਕੀ ਕਰ ਸਕਦੇ ਆਪਾਂ, ਇਹਨੂੰ ਫਰਦਰ ਸਿੰਪਲੀਫਾਈ ਕਰਨਾ ਹੋਵੇ ਕੀ ਕੀਤਾ ਜਾ ਸਕਦਾ ਇਹਦੇ ਉੱਤੇ, Binomial theorem. Binomial theorem. ਤੇ ਉਹਦੀ ਕੰਡੀਸ਼ਨ ਇਹ ਹੈਗੀ, ਆਪਾਂ ਮੰਨਦੇ ਪਏ ਕਿ ਜਿੰਨੀ ਕ ਆਪਾਂ ਲੈਂਥ ਥੱਲੇ ਖਿੱਚਦੇ ਪਏ ਆ ਨਾ, ਉਹ ਐਸ ਚ ਵਾਇਰ ਦੀ ਟੋਟਲ ਲੈਂਥ ਨਾਲੋਂ ਤਾਂ ਘੱਟ ਹੀ ਹੋਊ।
ਜੇ ਵਾਇਰ ਮੇਰੀ 10 ਮੀਟਰ ਲੰਬੀ ਹੋਗੀ ਤੇ ਮੈਂ ਥੱਲੇ 10 ਮੀਟਰ ਤਾਂ ਨਹੀਂ ਨਾ ਖਿੱਚ ਸਕਦਾ ਉਹਨੂੰ। Yes, sir. ਇਹਦਾ Yes, sir. ਮਤਲਬ ਇਹ ਹੋਇਆ d ਦੀ ਵੈਲਿਊ l ਤੋਂ ਸਮਾਲ ਆ, ਇਹ ਮਤਲਬ ਆਪਾਂ ਜੇ ਇੱਥੇ ਕੰਡੀਸ਼ਨ ਲਗਾ ਦਈਏ as d is lesser than l ਤੇ therefore ਆਪਣੇ ਕੋਲ ਜਿਹੜਾ ਡੈਲਟਾ l ਹੋਏਗਾ ਉਹਦੀ ਵੈਲਿਊ 2l into 1 plus ਆਪਾਂ ਕੀ ਕਹਿੰਦੇ ਨੇ 1 plus x power n ਤੇ n ਜਿਹੜਾ ਇਸ x ਨਾਲ ਆ ਕੇ ਮਲਟੀਪਲਾਈ ਹੋ ਸਕਦਾ ਤਾਂ ਬਣ ਜਾਏਗੀ 1 plus d square by l square minus 1 ਇਹਨਾਂ ਬਣ ਜੂ ਜੀ। और ਇਹਦੇ ਵਿੱਚੋਂ 1 ਨਾਲ 1 ਕੈਨਸਲ ਕਰਾ ਲਓ, ਅਲਟੀਮੇਟ ਆਪਣੇ ਕੋਲ ਬਾਕੀ ਜਿੰਨੀ ਟਰਮ ਬਚਦੀ ਪਈ ਆ ਉਹ ਆਪਣਾ ਡੈਲਟਾ l ਆ ਜਾਏਗਾ 2l into d square by 2l square। ਠੀਕ ਹੈ, ਇਹਦੇ ਵਿੱਚੋਂ 2 ਤੇ l ਇੱਕ ਕੈਨਸਲ ਕਰ ਲਓ, ਇਹ ਮਤਲਬ ਆਪਣਾ ਡੈਲਟਾ l by ਆਪਣੇ ਕੋਲ ਡੈਲਟਾ l ਜਿਹੜਾ ਉਹ d square by l ਆਜੂ ਬੇਟਾ। Yes, sir. ਤੇ ਆਪਣਾ ਕੰਪਲੀਟ ਹੁਣ ਆਪਾਂ ਜਿਹੜੇ ਵੇਰੀਏਬਲ ਤੇ ਫਸੇ ਸੀ ਜਾਂ ਰੁਕੇ ਸੀਗੇ ਉਹ ਡੈਲਟਾ l ਸੀਗਾ ਨਾ, ਹੁਣ ਆਪਣੇ ਕੋਲ ਡੈਲਟਾ l ਦੀ ਵੈਲਿਊ d ਤੇ l ਦੀ ਫਾਰਮ ਚ ਬਣ ਚੁੱਕੀ ਆ। ਇਸ ਵੈਲਿਊ ਨੂੰ ਵਾਪਸ ਆਪਾਂ ਇਕੁਏਸ਼ਨ 1 ਚ ਪੁੱਟ ਅਪ ਕਰ ਦਈਏ, ਪੁੱਟ ਇਨ 1 ਤੇ ਇਹਨੂੰ ਇੱਥੇ ਸਬਸਟੀਟਿਊਟ ਕਰੀਏ ਤੇ देयरफॉर ਆਪਣੇ ਕੋਲ ਜਿਹੜਾ ਲਾਸਟ ਸਟੈਪ ਹੋਏਗਾ ਉਹ ਚ f ਦਾ ਫਾਰਮੂਲਾ ਆ ਜਾਏਗਾ। ਇੱਥੇ ਵੈਲਿਊ ਪੁੱਟ ਅਪ ਕਰ ਲਓ, ਆਪਣੇ f ਦੇ ਫਾਰਮੂਲੇ ਚ ਵੈਲਿਊ ਪੁੱਟ ਅਪ ਕਰਾਂ y into pi r square by 2l as such ਸਿਰਫ ਡੈਲਟਾ l ਦੀ ਵੈਲਿਊ ਭਰ ਦੇਣੀ ਹੈ। ਆਪਣੇ ਕੋਲ ਵੈਲਿਊ ਬਣ ਜਾਏਗੀ y into pi r square over 2l into ਆਪਣੇ ਕੋਲ ਇਥੋਂ ਟਰਮ ਆ ਗਈ ਜੀ d square by l ਤੇ ਆਪਣੇ ਕੋਲ ਆ ਜਿੰਨੀ ਟਰਮ ਬਣ ਗਈ ਇਹ ਮੇਰੇ ਫੋਰਸ ਦੀ ਵੈਲਿਊ ਚੈੱਕ ਕਰੋ ਸਾਰੇ ਨੋਨ ਵੇਰੀਏਬਲ ਚ ਯੰਗ ਮੋਡੂਲਸ ਆਪਣੇ ਕੁਐਸਚਨ ਚ ਗਿਵਨ ਹੋਵੇ ਉਹ ਨੂਮੈਰੀਕਲ ਵੈਲਿਊ ਪੁੱਟ ਅਪ ਕਰ ਲਾਂਗੇ, r ਦੀ ਵੈਲਿਊ ਪੁੱਟ ਅਪ ਕਰ ਲਾਂਗੇ ਤੇ d ਦੀ ਵੈਲਿਊ ਪੁੱਟ ਅਪ ਕਰ ਲਾਂਗਾ। ठीक है, तो चौथा वायर दी टोटल लेंथ 2l अपने को गिवन, सो y r d ते l चार वेरिएबल अपने क्वेश्चन च गिवन सीगे, उन चारे वेरिएबल दी फॉर्म च अपने को जेडी आ वो फोर्स दी वैल्यू आजू बेटा। Yes, sir. Yes, sir. एक बारी ऊपर कर रहा पूरे न्यूमेरिकल नु निगाह मारो, ठीक है, देखो क्या अपन स्टेटमेंट वाइज मैं स्टेटमेंट दोबारा बोल रहा, ठीक है, और चेक करो कि भी अपन सारे स्टेप्स जेडे क्लियर ने। ਉਹਨੇ ਕੁਐਸਚਨ ਕਿਹਾ ਸੀ ਵਾਇਰ ਆਫ ਰੇਡੀਅਸ r ਮਤਲਬ ਆਪਾਂ ਏਰੀਆ ਸੋਚਾਂਗੇ ਕਿ ਵਾਇਰ ਦਾ ਜੇ ਰੇਡੀਅਸ ਦਿੱਤਾ ਇਹਦਾ ਮਤਲਬ ਉਹਦਾ ਕ੍ਰਾਸ ਸੈਕਸ਼ਨਲ ਏਰੀਆ ਇੱਥੋਂ ਬਣ ਸਕਦਾ ਸੀ, ਆਪਾਂ ਏਰੀਆ ਬਣਾਵਾਂਗੇ ਉੱਥੋਂ। ਅੱਗੇ ਉਹਨੇ ਕਿਹਾ ਜੀ ਵਾਇਰ ਆਫ ਰੇਡੀਅਸ r ਸਟ੍ਰੈਚਡ ਵਿਦਆਊਟ ਟੈਂਸ਼ਨ, ਠੀਕ ਹੈ ਜੀ, along a straight line is tightly fixed at a and b as shown in the figure. What is the tension in the wire? ਉਦੋਂ ਵਾਇਰ ਚ ਫੋਰਸ ਕੱਢੋ, ਇੱਕ ਸੈਕਿੰਡ ਹੋਲਡ ਕਰਿਓ ਬੇਟਾ, एक सेकंड से थले कोई आ गया सी बेल वाइज चलो। सो व्हेन इट इज पुल्ड ਉਹਨੇ ਕਿਹਾ ਜੀ ਜਦੋਂ ਤੁਸੀਂ ਵਾਇਰ ਨੂੰ ਪੁੱਲ ਅਪ ਕੀਤਾ ਨਾ ਉਦੋਂ ਫੋਰਸ ਕੱਢਣੀ ਆ ਤੇ ਬੇਟਾ ਆਪਾਂ ਉਹਦੇ ਬਿਹਾਫ ਤੇ ਫਿਰ ਐਸਾ ਜਿਹਾ ਆਪਣੇ ਯੰਗ ਮੋਡਲਸ ਦੇ ਬਿਹਾਫ ਤੇ ਆਪਾਂ ਇਹਨੂੰ ਸ਼ੁਰੂ ਕੀਤਾ ਸੀ, ਠੀਕ ਹੈ। ਉਹਦੇ ਫਾਰਮੂਲੇ ਦੇ ਵਿੱਚ ਆਪਾਂ ਦੇਖਿਆ ਕਿ ਵੀ ਯੰਗ ਮੋਡਲਸ ਦੇ ਫਾਰਮੂਲੇ ਚੋਂ ਤੁਸੀਂ ਫੋਰਸ ਕੱਢਣੀ ਹੈ ਤੇ ਫਿਰ ਫੋਰਸ ਕੱਢਣ ਲਈ ਜਿਹੜਾ ਫਾਰਮੂਲਾ ਬਣਿਆ ਉਹਦੇ ਵੇਰੀਏਬਲ ਚੈੱਕ ਕਰੋ ਚ ਹੈ ਕੀ ਔਰ ਕੀ ਆਪਣਾ ਪੈਂਡਿੰਗ ਹੈਗਾ। ਆਪਣੇ ਕੋਲ y ਗਿਵਨ ਸੀ, ਏਰੀਆ ਆਪਣਾ ਪਾਈ ਆਰ ਸਕੁਅਰ ਦੀ ਫਾਰਮ ਚ ਆ ਗਿਆ, ओरिजिनल ਲੈਂਥ ਗਿਵਨ ਸੀ, ਇੱਕੋ ਹੀ ਵੇਰੀਏਬਲ ਸੀਗਾ ਜਿਹੜਾ ਤੁਹਾਨੂੰ ਮੇਨ ਬਣਾਉਣਾ ਪੈਣਾ ਸੀ। ਕੋਸ਼ਿਸ਼ ਇਹ ਕਰਿਆ ਕਰੋ ਜਿਹੜੇ ਨੋਨ ਵੇਰੀਏਬਲਸ ਨੇ ਤੇ ਜੋ ਕੈਲਕੂਲੇਟ ਕਰਨਾ ਉਹਨਾਂ ਦਾ ਇੱਕ ਰਿਲੇਸ਼ਨ ਡਿਵੈਲਪ ਕਰਕੇ ਦੇਖੋ, ਫਿਰ ਚੈੱਕ ਕਰੋ ਕਿ ਵੀ ਆਪਣੇ ਕੋਲ ਉਹਨੂੰ ਸੋਲਵ ਕਰਨ ਵਾਸਤੇ ਹੈਗਾ ਕੀ ਆ ਔਰ ਕਿੱਥੋਂ ਅਸੀਂ ਉਹ ਵੇਰੀਏਬਲ ਲੱਭ ਕੇ ਲੈ ਕੇ ਆਣਾ। ਇਹ ਲੌਜੀਕਲੀ ਚੀਜ਼ ਜਿਹੜੀ ਆ ਸਿਰਫ ਮੇਨ ਸੋਚਣ ਵਾਲੀ ਹੁੰਦੀ, ਬਾਕੀ ਸਾਰਾ ਕੁਝ ਤਾਂ ਕੁਐਸਚਨ ਦੇ ਵਿੱਚ ਆਪਣੇ ਕੋਲ ਗਿਵਨ ਹੁੰਦਾ। ਕਿ ਇੰਨੀ ਗੱਲ ਕਲੀਅਰ ਆ? Yes, sir. Yes, yes, sir. हो जाएगा न्यूमेरिकल? Sir. चलो नेक्स्ट न्यूमेरिकल सेगा ਤੁਹਾਡੇ ਕੋਲ ਇਸ ਤੋਂ ਬਾਅਦ a steel wire of length 20 centimeter, ਹੁਣ ਮੈਂ ਜਲਦੀ ਸਟੇਟਮੈਂਟ ਨੈਕਸਟ ਬੋਲ ਰਿਹਾ। a steel wire of length 20 centimeter L ਆ ਗਿਆ and uniform cross sectional area 1 millimeter square ਉਹਦਾ area of cross section ਆ ਗਿਆ is tied rigidly at both the end, ਯਾਨੀ ਫਿਰ ਉਸੇ ਵੇ ਨਾਲ ਚੱਲਾਂਗੇ। ਹੁਣ ਉਹਨੇ ਕੁਐਸਚਨ ਚ ਕੀ ਕਿਹਾ ਕਿ ਸਟੀਲ ਦੀ ਵਾਇਰ ਤੁਸੀਂ ਦੋ ਐਂਡ ਦੇ ਵਿੱਚ ਫਿਕਸ ਕਰ ਲਈ, ਸੇਮ ਆਹੀ ਕੁਐਸਚਨ A ਤੋਂ B ਦੇ ਅੰਦਰ ਮੰਨ ਲਓ ਆਪਾਂ ਜਿਹੜੀ ਵਾਇਰ ਫਿਕਸ ਕੀਤੀ ਆ ਇਹਦੀ ਮੈਨੂੰ ਉਹਨੇ ਲੈਂਥ ਦੱਸ ਦਿੱਤੀ, ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਦੱਸ ਦਿੱਤਾ ਔਰ ਇਸ ਤਾਰ ਨੂੰ ਮੈਂ ਐਸਐਚ ਦੋ ਐਂਡ ਦੇ ਵਿੱਚ ਬੰਨਿਆ ਹੋਇਆ। ਅੱਗੇ ਉਹਨੇ ਕੀ ਕਿਹਾ if temperature of the wire is altered from 40 to 20,
यानी तुसी तार दा टेंपरेचर जिहड़ी उस मैटल वायर दा टेंपरेचर रिड्यूस करते पे हो। हुण दिमाग लाइयो जो दसन लग्या गल नूं। एक टॉपिक छोटा जिहा पढ़न नूं किहा सी मैं तुहानूं, थर्मल स्ट्रेस। क्या पढ़िया सी? Yes, sir. जिन्हें पढ़िया होगा ਉਹਨੂੰ ਇਹ क्वेश्चन ਨੂੰ सोचना थोड़ा ਜਿਹਾ ਸੌਖਾ ਲੱਗੇਗਾ। ठीक है, मैं ਉਹਦੀ ਗੱਲ Yes, ਦੁਬਾਰਾ sir. ਜੋੜਾਂਗਾ ਵਿੱਚ। ਉਹਨੇ ਆਪਾਂ ਨੂੰ ਕਿਹਾ ਕਿ if wire is temperature is altered from 40 to 20, calculate the change in tension। यानी ਵਾਇਰ ਦੇ ਅੰਦਰ ਕਿੰਨੀ ਫੋਰਸ ਬਿਲਟ ਅਪ ਹੋ ਗਈ। ਠੀਕ ਹੈ, ਪਹਿਲੋ ਤਾਰ ਬੰਨੀ ਹੋਈ ਸੀ, ਉਹਦੇ ਚ ਕੁਝ ਅਸੀਂ ਮੰਨਦੇ ਪਏ ਟੈਂਸ਼ਨ ਸੀਗੀ, ਖਿੱਚ ਕੇ ਤਾਰ ਬੰਨੀ ਸੀਗੀ ਅਸੀਂ। ਠੀਕ ਹੈ, ਦੂਜੀ ਵਾਰੀ ਤੁਸੀਂ ਉਸ ਵਾਇਰ ਦਾ ਟੈਂਪਰੇਚਰ ਚੇਂਜ ਕੀਤਾ। ਹੁਣ ਟੈਂਪਰੇਚਰ ਦੇ ਚੇਂਜ ਕਰਨਾ, ਵਾਇਰ ਦੇ ਵਿੱਚ ਟੈਂਸ਼ਨ ਕਿਉਂ ਚੇਂਜ ਹੋਈ? ਤੇ ਇੱਕ ਪ੍ਰਾਪਰਟੀ ਇੱਥੇ ਜਿਹੜੀ ਐਸਐਚ 9th ਵਿੱਚ ਪੜੀ ਹੋਈ ਹੈ ਨਾ, ਉਹਦੀ ਲੋੜ ਪੈਣੀ ਆ। ਔਰ ਉਹ ਪ੍ਰਾਪਰਟੀ ਕੀ ਸੀਗੀ? ਅਸੀਂ ਤਿੰਨ ਚੀਜ਼ਾਂ ਪੜੀਆਂ ਕਿ ਜੇ ਮੇਰੇ ਕੋਲ ਆ ਇੱਕ ਮੈਟਲ ਵਾਇਰ ਗਿਵਨ ਆ, ਮੈਂ ਬਾਕੀ ਕੁਐਸਚਨ ਦੀ ਗੱਲ ਬਾਅਦ ਚੋਂ ਕਰਦਾ। ਆਪਾਂ ਆ ਚੀਜ਼ 9 ਚ ਪੜੀ ਆ। ਚੈਪਟਰ ਹੁੰਦਾ ਸੀ ਤੁਹਾਡਾ ਹੀਟ ਵਾਲਾ। ਹੀਟ ਵਾਲੇ ਚੈਪਟਰ ਦੇ ਅੰਦਰ ਟੌਪਿਕ ਆਂਦਾ ਸੀਗਾ ਤੁਹਾਡਾ ਲੀਨੀਅਰ ਐਕਸਪੈਂਸ਼ਨ ਆਫ ਸੋਲਿਡ। ਠੀਕ ਹੈ, ਦੂਜਾ ਵਰਡ ਹੁੰਦਾ ਸੀਗਾ ਤੁਹਾਡੇ ਕੋਲ ਕਿਊਬਿਕਲ ਐਕਸਪੈਂਸ਼ਨ ਆਫ ਸੋਲਿਡ, ਤੇ ਤੀਜਾ ਵਰਡ ਅਸੀਂ ਜ਼ਿਆਦਾਤਰ ਬੋਲਦੇ ਸੀ ਸੁਪਰਫਿਸ਼ੀਅਲ ਐਕਸਪੈਂਸ਼ਨ, ਜਾਂ ਉਹਨੂੰ ਅਸੀਂ ਏਰੀਅਲ ਐਕਸਪੈਂਸ਼ਨ ਕਹਿੰਦੇ ਆ। ਮਤਲਬ ਕੀ ਆ? ਜਦੋਂ ਕਿਸੇ ਮੈਟਲ ਨੂੰ ਅਸੀਂ ਹੀਟ ਕਰਦੇ ਹਾਂ, ਸਾਨੂੰ ਇੱਕ ਪ੍ਰਾਪਰਟੀ ਪਤਾ, ਮੈਟਲ ਨੂੰ ਹੀਟ ਕਰਾਂ, ਇਹਦੀ ਲੈਂਥ, ਇਹਦਾ ਏਰੀਆ, ਇਹਦਾ ਵੋਲੀਅਮ ਜਿਹੜਾ ਉਹ ਇਨਕਰੀਜ਼ ਹੁੰਦਾ। ਤੇ ਜੇ ਮੈਂ ਐਸਐਚ ਇਹਦਾ ਟੈਂਪਰੇਚਰ ਅੱਗੇ ਨਾਲੋਂ ਡਿਕਰੀਜ਼ ਕਰਾਂ ਤੇ ਇਹਦੀ ਲੈਂਥ, ਇਹਦਾ ਏਰੀਆ, ਇਹਦਾ ਵੋਲੀਅਮ ਡਿਕਰੀਜ਼ ਹੁੰਦਾ। ਕੀ ਆ ਗੱਲ ਸਮਝ ਲੱਗੀ? Yes, sir. ਉਹ ਬੇਟੇ ਚੁੱਪ ਜੇ ਬੈਠੇ, ਜੇ ਉਹ ਰਿਸਪੌਂਡ ਨਹੀਂ ਕਰੋਗੇ ਮੈਂ ਕਲਾਸ ਬੰਦ ਕਰ ਦੇਣੀ ਆ, ਮੈਂ ਤੁਹਾਨੂੰ ਦੱਸ ਦਿੱਤਾ ਹੀ। Yes, sir. ਅਲਟੀਮੇਟ ਜਦੋਂ ਤੁਹਾਡੇ ਚੋਂ ਕੋਈ ਨਹੀਂ ਬੋਲਦਾ, ਉਹ ਦੋ ਤਿੰਨ ਜਣਿਆਂ ਨੂੰ ਲੱਗਦਾ ਕਿ ਵੀ ਅਸੀਂ ਅਸੀਂ ਹਾਂ ਨਾ ਰਿਸਪੌਂਡ ਕਰ ਦਈਏ। ਮੇਰਾ ਮੇਨ ਮਤਲਬ ਇਹ ਹੈ ਕਿ ਵੀ ਤੁਸੀਂ ਸਾਰੇ ਇਨਵੋਲਵਡ ਹੋਣੇ ਚਾਹੀਦੇ ਹੋ। ਅਸੀਂ ਇਹ ਚੀਜ਼ ਪੜ੍ਹੀ ਹੈ ਕਿ ਜਦੋਂ ਮੈਟਲ ਵਾਇਰ ਨੂੰ ਹੀਟ ਕਰਦੇ ਆ, ਜਾਂ ਜਦੋਂ ਇਹਦਾ ਟੈਂਪਰੇਚਰ ਡਿਕਰੀਜ਼ ਕਰਦੇ ਆ, ਇਹਦੀ ਲੈਂਥ, ਇਹਦੇ ਏਰੀਆ, ਇਹਦੇ ਵੋਲੀਅਮ 'ਚ ਚੇਂਜ ਆਉਂਦੀ ਆ। ਉੱਥੇ ਅਸੀਂ ਐਸਐਚ 9th ਵਿੱਚ 3 ਕੋਐਫੀਸ਼ੀਐਂਟ ਪੜ੍ਹੇ ਆ। ਇਸ ਯੂਨਿਟ ਦੇ ਅੰਦਰ ਵੀ 7th ਯੂਨਿਟ ਦੇ ਅੰਦਰ ਵੀ ਉਹ ਚੀਜ਼ ਹੈਗੀ ਆ, ਪਰ ਹੁਣ ਉਹ ਸਿਲੇਬਸ ਦੇ ਵਿੱਚੋਂ ਕੱਟੀ ਗਈ ਆ। ਆਪਣੇ ਕੋਲ ਆਪਾਂ ਆ ਚੀਜ਼ ਪੜ੍ਹੀ ਆ ਕਿ ਜੇ ਆ ਮੇਰੀ ਮੈਟਲ ਵਾਇਰ ਗਿਵਨ ਆ ਜਾਂ ਕੋਈ ਮੈਟੈਲਿਕ ਪੀਸ ਗਿਵਨ ਆ, ਇਹਦੇ ਬਿਹਾਫ ਤੇ ਇੱਕ ਐਗਜ਼ਾਮਪਲ ਦੇਣਾ। ਆਪਾਂ 9 ਚ ਕੁਐਸਚਨ ਪੜ੍ਹਦੇ ਸੀਗੇ ਕਿ ਜਿਹੜੀਆਂ ਟੈਲੀਫੋਨ ਵਾਇਰਸ ਨੇ ਪੋਲ ਦੇ ਉੱਤੇ, ਨਾ ਇਹਨਾਂ ਨੂੰ ਬਹੁਤਾ ਅਸੀਂ ਲੂਜ਼ ਬੰਨਦੇ ਆ, ਨਾ ਅਸੀਂ ਇਹਨਾਂ ਨੂੰ ਬਹੁਤਾ ਟਾਈਟ ਕਰ ਪਾਉਂਦੇ ਆ। ਠੀਕ ਹੈ, ਉਹਦਾ ਕਾਰਨ ਅਸੀਂ ਦੱਸਿਆ ਸੀ ਕਿ ਮੈਟਲ ਵਿੰਟਰ ਦੇ ਅੰਦਰ ਜਿਹੜੀ ਆ ਉਹ ਸ਼ਰਿੰਕ ਕਰਦੀ ਆ, ਕੰਟਰੈਕਟ ਕਰਦੀ ਆ। ਤੇ ਜੇ ਮੈਂ ਟਾਈਟ ਬੰਨੀ ਹੋਈ, ਠੀਕ ਹੈ, ਤੇ ਜਦੋਂ ਨੇ ਸ਼ਰਿੰਕ ਕਰਨਾ, ਠੀਕ ਹੈ, ਉਹਦੇ ਵਾਇਰ ਦੇ ਉੱਤੇ ਖਿੱਚ ਪੈਣੀ ਆ। ਤੇ ਜੇ ਵਾਇਰ ਤੇ ਖਿੱਚ ਪਈ, ਉਹ ਤਾਰ ਟੁੱਟ ਸਕਦੀ ਆ, ਬ੍ਰੇਕ ਹੋ ਸਕਦੀ ਆ। ਤੇ ਜੇ ਮੈਂ ਐਸਐਚ ਸਮਰ ਦੀ ਗੱਲ ਕਰਾਂ, ਸਮਰ 'ਚ ਜੇ ਮੈਂ ਇਹ ਮੰਨਾਂ ਕਿ ਵੀ ਮੈਂ ਤਾਰ ਪਹਿਲੇ ਢਿੱਲੀ ਬੰਨੀ ਆ, ਤੇ ਜੇ ਮੇਰੀ ਮੈਟਲ ਵਾਇਰ ਔਨ ਹੀਟਿੰਗ ਐਕਸਪੈਂਡ ਕਰ ਗਈ, ਠੀਕ ਹੈ, ਤੇ ਉਹ ਤਾਰ ਹੋਰ ਢਿੱਲ ਜਾਣੀ ਆ। ਇਸ ਕਰਕੇ ਅਸੀਂ ਉਹਦੇ ਅੰਦਰ ਕਹਿੰਦੇ ਕਿ ਵੀ ਸਾਨੂੰ ਮੈਟਲ ਦੀ ਹੀਟਿੰਗ ਤੇ ਕੰਟਰੈਕਸ਼ਨ ਜਿਹੜੀ ਆ, ਹਨਾ, ਹੀਟਿੰਗ ਤੇ ਕੂਲਿੰਗ ਦੇ ਕਰਕੇ ਐਕਸਪੈਂਸ਼ਨ ਤੇ ਕੰਟਰੈਕਸ਼ਨ ਦਾ ਕਨਸੈਪਟ ਪਤਾ ਹੋਣਾ ਚਾਹੀਦਾ। ਫਿਰ ਇਦਾਂ ਇੱਕ ਐਗਜ਼ਾਮਪਲ ਅਸੀਂ ਉੱਥੇ ਦਿੰਦੇ ਹੁੰਦੇ ਸੀਗੇ ਕਿ ਜਿਹੜੀ ਰੇਲਵੇ ਲਾਈਨਸ ਨੇ, ਟਰੈਕ ਜਿਹੜੇ ਨੇ, ਹਮੇਸ਼ਾ ਉਹਦੇ ਵਿੱਚ ਇੱਕ ਸਮਾਲ ਗੈਪ ਜਿਹੜਾ ਵਾ ਅਸੀਂ ਉਹ ਛੱਡਦੇ ਆ। ਉਹਦਾ ਕਾਰਨ ਅਸੀਂ ਬਣਾਉਂਦੇ ਕਿ ਵੀ ਨਾ ਉਹ ਬਹੁਤਾ ਜ਼ਿਆਦਾ ਗੈਪ ਹੋਏਗਾ, ਨਾ ਬਹੁਤਾ ਘੱਟ ਹੋਏਗਾ। ਬਹੁਤਾ ਘੱਟ ਹੋਇਆ ਤੇ ਜਦੋਂ ਵਿੰਟਰ ਦੇ ਅੰਦਰ ਮੈਟਲ ਨੇ ਕੰਟਰੈਕਟ ਕਰਨਾ, ਤੇ ਇਹ ਓਵਰਲੈਪਿੰਗ ਹੋ ਸਕਦੀ ਆ, ਜਿਹਦੇ ਕਰਕੇ ਐਕਸੀਡੈਂਟ ਦੇ ਚਾਂਸਸ ਆ। ਤੇ ਜੇ ਮੈਂ ਗੈਪ ਥੋੜਾ ਜਿਹਾ ਜ਼ਿਆਦਾ ਰੱਖਾਂ, ਤੇ ਔਰ ਉਸ ਤੋਂ ਬਾਅਦ ਗਰਮੀਆਂ ਦੇ ਅੰਦਰ ਮੈਟਲ ਜਿਹੜੀ ਐਕਸਪੈਂਡ ਕਰਨੀ, ਉਲਟ ਬੋਲ ਗਿਆ, ਗਰਮੀਆਂ 'ਚ ਮੈਟਲ ਐਕਸਪੈਂਡ ਕਰਨੀ ਤੇ ਓਵਰਲੈਪਿੰਗ ਹੋ ਸਕਦੀ ਆ। ਸਰਦੀਆਂ ਦੇ ਵਿੱਚ ਜੇ ਗੈਪ ਪਹਿਲਾਂ ਤੋਂ ਹੈਗਾ ਔਰ ਇਹ ਮੈਟਲ ਕੰਟਰੈਕਟ ਕੀਤੀ, ਤੇ ਗੈਪ ਵੱਧ ਸਕਦਾ, ਤੇ ਤਾਂ ਵੀ ਕਹਿੰਦਾ ਜੀ ਐਕਸੀਡੈਂਟ ਦੇ ਚਾਂਸਸ। ਇਹਦਾ ਮਤਲਬ ਉਸ ਮੂਵਮੈਂਟ ਤੇ ਅਸੀਂ 3 ਕੋਐਫੀਸ਼ੀਐਂਟ ਪੜ੍ਹੇ ਸੀਗੇ। ਕਿਹੜੇ ਸੀਗੇ? ਇੱਕ ਸੀਗਾ ਐਲਫਾ ਦੀ ਫਾਰਮ 'ਚ, ਇੱਕ ਬੀਟਾ, ਇੱਕ ਗਾਮਾ। ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ, ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਆਪਣੇ ਕੋਲ ਇਹ ਕਾਂਸਟੈਂਟ ਸੀਗਾ, ਐਲਫਾ ਇਜ਼ ਇਕੁਅਲ ਟੂ ਚੇਂਜ ਇਨ ਲੈਂਥ। ਠੀਕ ਹੈ, ਚੇਂਜ ਇਨ ਲੈਂਥ, ਮੈਟਲ ਵਾਇਰ ਦੀ ਲੈਂਥ ਦੇ ਵਿੱਚ ਹੀਟਿੰਗ ਨਾਲ ਕਿੰਨੀ ਚੇਂਜ ਆਈ ਪਰ ਯੂਨਿਟ ओरिजिनल ਲੈਂਥ, ਤੇ ਪਰ ਡਿਗਰੀ ਚੇਂਜ ਇਨ ਟੈਂਪਰੇਚਰ। ਮੈਟਲ ਵਾਇਰ ਦੀ ਲੈਂਥ ਦੇ ਅੰਦਰ ਚੇਂਜ ਕਿੰਨੀ ਆਣੀ ਆ ਕਿੱਥੋਂ ਬਣਾਈ ਅਸੀਂ ਕਹਿੰਦੇ ਸੀ ਜੀ ਜਿਹੜੀ ਚੇਂਜ ਇਨ ਲੈਂਥ ਹੋਏਗੀ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਵਾਇਰ ਦੀ ओरिजिनल ਲੈਂਥ ਦੇ, ਤੇ ਦੂਜਾ ਉਹਦਾ ਟੈਂਪਰੇਚਰ ਦੀ ਚੇਂਜ ਕਿੰਨੀ ਹੈ। ਤੇ ਇਥੋਂ ਇਕੁਐਲਿਟੀ ਦਾ ਸਾਈਨ ਜੇ ਲਗਾਣਾ, ਇੱਥੇ ਇਕੁਐਲਿਟੀ ਦਾ ਸਾਈਨ ਜੇ ਲਗਾਣਾ, ਤੇ ਇੱਥੇ ਕਾਂਸਟੈਂਟ ਜਿਹੜਾ ਲੱਗਦਾ ਉਹ ਐਲਫਾ ਵਾ।
ਜਿਹਨੂੰ ਅਸੀਂ ਕਹਿੰਦੇ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ, ਯਾਨੀ ਇਥੋਂ ਅਸੀਂ ਐਲਫਾ ਦੀ ਆ ਵੈਲਿਊ ਡਿਫਾਈਨ ਕੀਤੀ ਕਿ ਐਲਫਾ ਹੁੰਦਾ ਚੇਂਜ ਇਨ ਲੈਂਥ ਪਰ ਯੂਨਿਟ ओरिजिनल ਲੈਂਥ ਪਰ ਡਿਗਰੀ ਚੇਂਜ ਇਨ ਟੈਂਪਰੇਚਰ। coefficient of superficial expansion यानी coefficient of area expansion ਉਹਨੂੰ ਅਸੀਂ ਡਿਫਾਈਨ ਕਰਦੇ change in area over original area into change in temperature। ਇਹਦੇ ਗਾਮਾ ਆ ਜਾਂਦਾ ਮੇਰੇ ਕੋਲ change in volume over original volume into change in temperature। ਆ ਤਿੰਨ coefficient ਜਿਹੜੇ ਦਿਮਾਗ 'ਚ ਆਣੇ ਜ਼ਰੂਰੀ ਚਾਹੀਦੇ ਆ ਜੇ ਮੈਂ ਇਹ numerical attempt ਕਰਨਾ। क्या ਆ ਤਿੰਨ ਚੀਜ਼ਾਂ ਕਲੀਅਰ ਆ ਜੋ ਬੋਲਦਾ ਪਿਆ? Yes, sir. Yes, Yes, sir. Yes, sir. Yes, sir. Yes, sir. ਮੈਟਲ ਨੂੰ ਅਸੀਂ ਹੀਟ ਕੀਤਾ, ਜਦੋਂ ਅਸੀਂ ਮੈਟਲ ਨੂੰ ਹੀਟ ਕੀਤਾ ਆ ਮੇਰੀ ਵਾਇਰ ਸੀਗੀ, ਇਹ ਹੀਟ ਕਰਨ ਨਾਲ ਇਹਦੀ ਲੈਂਥ ਵਿੱਚ ਜੇ ਚੇਂਜ ਆਈ ਆ। ਹੁਣ ਆਪਣੇ ਕੁਐਸਚਨ 'ਚ ਦੇਖਦੇ ਵੇਰੀਏਬਲ ਕੀ ਗਿਵਨ ਆ, ਉਹਨੇ ਕਿਹਾ ਸੀ ਸਟੀਲ ਵਾਇਰ ਦੀ ਲੈਂਥ ਦਿੱਤੀ, ਏਰੀਆ ਆਫ ਕ੍ਰਾਸ ਸੈਕਸ਼ਨ ਦਿੱਤਾ, ਦੋਨੋਂ ਐਂਡ ਤੇ ਉਹਨੂੰ ਅਸੀਂ ਬੰਨਿਆ ਹੋਇਆ ਸੀ। ਇਫ ਟੈਂਪਰੇਚਰ ਆਫ ਦਾ ਵਾਇਰ ਚੇਂਜ ਫਰਮ 40 to 20 then calculate change in tension coefficient of linear expansion of a steel alpha। ठीक है, coefficient of linear expansion of steel alpha given है तो young modulus। ਇਹਦਾ ਮਤਲਬ ਆ ਤੁਸੀਂ ਐਸ ਸੱਚ young modulus ਦੇ ਫਾਰਮੂਲੇ ਦੇ ਵਿੱਚੋਂ ਟੈਂਸ਼ਨ ਕੱਢਣੀ ਆ, ਯਾਨੀ ਆਹੀ ਸੇਮ ਫਾਰਮੂਲੇ ਦੇ ਵਿੱਚੋਂ ਫਿਰ ਫੋਰਸ ਕੱਢਣੀ ਆ। ਤੇ ਫੋਰਸ ਕੱਢਣ ਵਾਸਤੇ ਮੇਰਾ ਆਹੀ ਫਾਰਮੂਲਾ ਫੇਰ ਆ young modulus ਕੁਐਸਚਨ 'ਚ ਦਿੱਤਾ ਹੋਇਆ, ਏਰੀਆ ਮੇਰੇ ਕੋਲ ਕੁਐਸਚਨ 'ਚ ਗਿਵਨ ਆ। ठीक है, अगे मेरे को जो गिवन है वायर दी ओरिजिनल लेंथ मेरे को गिवन है ते वायर दी चेंज इन लेंथ मैं किथों लियानी है, ओदी जगह ते चेंज इन लेंथ दी जगह ते अल्फा दिता होना ते अल्फा भी चेंज इन लेंथ नाल लिंक हुंदा। जे मैं आ चीज नूं देखा, जे आ चीज नूं देखा ये मेरी की टर्म बनदी है? यंग मॉडुलस दे फार्मूले दे विच आ डेल्टा L by L की हुंदा साडा? Longitudinal strain. लॉन्गिट्यूडनल स्ट्रेन, यानी आ ਉਹ ਵੇਰੀਏਬਲ ਹੋਊਗਾ, ਆ ਉਹ ਵੇਰੀਏਬਲ ਹੋਏਗਾ ਜਿਹੜਾ ਇਹਨਾਂ ਦੋ ਸਾਈਡਾਂ ਨੂੰ ਆਪਸ ਦੇ ਵਿੱਚ ਲਿੰਕ ਕਰੂ। Yes. Yes, Yes, sir. ਸੇਮ ਇਹੀ ਸੇਮ ਚੀਜ਼ ਜਿਹੜੀ ਆ, ਇਹੀ ਸੇਮ ਚੀਜ਼ ਜਿਹੜੀ ਆ ਇਹ ਤੁਹਾਡੇ ਐਸਐਚ ਥਰਮਲ ਸਟ੍ਰੈਸ ਵਾਲੇ ਟੌਪਿਕ 'ਚ ਦੱਸੀ ਹੋਈ ਸੀਗੀ। ਜੇ ਉਹ ਪੜਿਆ ਹੁੰਦਾ ਤੇ ਇਹ ਨੂਮੈਰੀਕਲ ਆਪਾਂ ਉੱਥੋਂ ਬਣਾਉਣਾ ਸੀ ਬੇਟਾ। ठीक है, ਹੁਣ ਕੰਪਲੀਟ ਕਰ ਰਹੇ ਹਾਂ ਇਸ ਨੂਮੈਰੀਕਲ ਨੂੰ, ਆਪਣੇ ਕੋਲ ਜੋ ਗਿਵਨ ਆ ਉਹਦੇ ਅਕੋਰਡਿੰਗਲੀ ਵੇਰੀਏਬਲ ਪੂਰੇ ਕਰੀਏ। ਠੀਕ ਹੈ ਜੀ, ਫਿਰ ਆਪਣਾ ਨੂਮੈਰੀਕਲ ਕੰਪਲੀਟ ਆ। ਆਪਣੇ ਇਸ ਕੁਐਸਚਨ ਦੇ ਅੰਦਰ ਉਹਨੇ ਕਿਹਾ ਸੀ ਜੀ ਵਾਇਰ ਦੀ ਲੈਂਥ ਆਪਣੇ ਕੋਲ 20 ਸੈਂਟੀਮੀਟਰ ਗਿਵਨ ਆ। ਉਸ ਤੋਂ ਬਾਅਦ ਆਪਣੇ ਕੋਲ ਵਾਇਰ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਸੀਗਾ, ਏਰੀਆ ਆਫ ਕ੍ਰਾਸ ਸੈਕਸ਼ਨ 1 ਮਿਲੀਮੀਟਰ ਸਕੁਅਰ ਆ, यानी 1 into 10 raised to power minus 6 मीटर स्क्वायर आ गया, और लेंथ साइड को 20 into 10 raised to power minus 2 मीटर। इन्हां क्वेश्चनां ने टाइम लेना सी, इसलिए कल रोके सी। ठीक है, और उस तो बाद अपने को उन्होंने कहा जी टेंपरेचर ऑफ द वायर यानी डेल्टा टी आ गया, डेल्टा टी साडा 20 डिग्री सेल्सियस कह दो या 20 केल्विन कह दियो, इको गल आ। गल समझ लगी जो मैं बोली? Yes, sir. Yes, sir. Yes, sir. कि मैं एस सच टेंपरेचर ਨੂੰ ਨਹੀਂ ਕਿਹਾ, ਚੇਂਜ ਇਨ ਟੈਂਪਰੇਚਰ ਨੂੰ ਕਿਹਾ ਵਾ। ਜੇ ਕੈਲਵਿਨ ਦੇ ਵਿੱਚ 40 ਡਿਗਰੀ ਸੈਲਸੀਅਸ ਮਾਈਨਸ 20 ਡਿਗਰੀ ਸੈਲਸੀਅਸ ਕਰਾਂ ਤੇ ਜੇ ਇਹਨੂੰ ਕੈਲਵਿਨ ਬਣਾ ਕੇ ਕਨਵਰਟ ਕਰਾਂ ਤੇ ਚੇਂਜ ਇੱਕੋ ਜੀ ਆਣੀ ਆ। ਇਸ ਲਈ 20 ਡਿਗਰੀ ਸੈਲਸੀਅਸ ਨਾਲ 20 ਕੈਲਵਿਨ ਕੁਝ ਵੀ ਇਹਨੂੰ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਉਹਨੇ ਆਪਾਂ ਨੂੰ ਕਿਹਾ ਸੀ ਜੀ ਚੇਂਜ ਇਨ ਟੈਂਸ਼ਨ ਯਾਨੀ ਫੋਰਸ ਦੀ ਵੈਲਿਊ ਕੱਢੋ ਕਿੰਨੀ ਬਣਨੀ ਆ, ਔਰ ਇੱਕ ਆਪਣੇ ਕੋਲ ਅਲਫਾ ਗਿਵਨ ਆ ਕੁਐਸਚਨ ਦੇ ਅੰਦਰ। अल्फा कितना गिवन अपना 1.1 into 10 raised to power minus 5 पर डिग्री सेल्सियस। तो अल्फा का यूनिट हुनी 10 के हड़िया, अल्फा सी क्या सी चेंज इन लेंथ ओवर ओरिजिनल लेंथ इनटू चेंज इन टेंपरेचर। डेल्टा एल ते एल दे यूनिट आपस में कैंसल हो जाने आ। ठीक है, ਇਹਦਾ ਮਤਲਬ अल्फा ਦਾ यूनिट ਜਿਹੜਾ टेंपरेचर ਤੋਂ बनना वा, इसलिए पर डिग्री सेल्सियस ਦਾ यूनिट लिखा ਆਪਾਂ। क्लियर है? Yes, sir. Yes, sir. चलो Yes. ਤੇ ਲਾਸਟ ਵਰਡ ਆ ਗਿਆ ਆਪਣੇ ਕੋਲ ਯੰਗ ਮੋਡੂਲਸ। ਆਪਣੇ ਕੁਐਸਚਨ ਚ ਗਿਵਨ ਆ ਸਟੀਲ ਦਾ y ਆ ਗਿਆ 2 into 10 raised to power 11 ਪਾਸਕਲ। ਹੁਣ ਲਾਓ ਆਪਣਾ ਫਾਰਮੂਲਾ ਫਿਰ ਯੰਗ ਮੋਡੂਲਸ ਤੋਂ। ਯੰਗ ਮੋਡੂਲਸ ਆਪਣੇ ਕੋਲ f/a into delta l by l। ਠੀਕ ਹੈ ਜੀ, ਤੇ ਇੱਕੋ ਹੀ ਵੇਰੀਏਬਲ ਤੁਸੀਂ ਬਣਾ ਕੇ ਲੈ ਕੇ ਆਉਂਗੇ ਡੈਲਟਾ l। ਠੀਕ ਹੈ, ਇਹਦੇ ਵਿੱਚੋਂ ਜੇ ਐਸ ਚ ਆਪਾਂ f ਦਾ ਫਾਰਮੂਲਾ ਲਿਖੀਏ ya delta l by l
ठीक है, बट इथे अल्फा नु हुन इन्वॉल्व कर दो ते अपने कोल आ पता अपन वी नो दैट अल्फा इक्वल टू डेल्टा एल बाय एल इनटू डेल्टा टी। सो डेल्टा एल दा फार्मूला अल्फा एल इनटू डेल्टा टी। आ डेल्टा एल दा जिन्ना फार्मूला बनया इथे लेके पुट अप कर लो, फिर अपन देखते अपने वेरिएबल केड़ा रहंदा। तो f दा फार्मूला आ जाएगा y into a into alpha l into delta t over l। l कैंसिल आउट कर लो, y a alpha into delta t। अब बचा जी अपने को हुन एदे वेरिएबल देखो, यंग मॉडुलस भी गिवन है, एरिया भी गिवन है, अल्फा भी गिवन है ते डेल्टा टी भी साडे कोल हैगा। जे आ सारे वेरिएबल पुट अप कर लिए फोर्स कैलकुलेट हो जू। Yes, sir. Yes, Yes, sir. sir. Yes, sir. क्या कीता सी ये न्यूमेरिकल किसी ने? Yes, sir. Yes, sir. चलो गुड। ये उन्हें सॉल्व कर पाना सी जिन्हें एसएच थर्मल स्ट्रेस वाला टॉपिक पढ़िया सी, जिन्हें पढ़िया ही नहीं उन्हों आखानी आनी सी। हाँ जी 20th कीता जी। Yes, sir. फिर देख लो वही दो न्याने दी Yes, आवाज sir. जिन्होंने कीता Sir, yes. कि जीवन कर लिया, हाँ जी sir. बाकियों ने कीता जी। Yes. हाँ जी सर। अवराज कीता न्यूमेरिकल, अवराज सर नहीं होया नहीं। ट्राई कीता सच्ची सच्ची दस। हाँ जी सर, ट्राई तीनों ही कीते ही। चल किया कीता सी ट्राई न्यूमेरिकल, किया है ही नहीं है ना, करदा फोन। आ होर केड़ा लेना छुट्टी दे अज? गुरलीन गिल, Yes, sir. ओए तेरा नाम क्यों नहीं सामने आया? गुरलीन, गुरलीन कौर लिखा, गुरलीन कौर दूजी हैगी। Yes, sir. आहो इथे गुरलीन, अच्छा गुरलीन दे नाम ना अगे नंबर लग्या होया। चलो हाँ जी करिए वाला न्यूमेरिकल। चलो ਇਹਦਾ ਵੀ ਹਿੰਟ ਦੇਣਾ, क्वेश्चन च ਇਹਦਾ ਹਿੰਟ ਹੀ ਦਊਂਗਾ, ट्राई ਤੁਸੀਂ ਕਰਨਾ ਵਾ। what will be the density of the lead under a pressure of 20,000 newton per centimeter square। ਪ੍ਰੈਸ਼ਰ ਗਿਵਨ ਆ, ਠੀਕ ਹੈ ਜੀ। ਅਸੀਂ ਕਹਿੰਦੇ ਜੀ ਜਦੋਂ ਐਸਐਚ ਲੈਡ ਦੇ ਉੱਤੇ ਇੰਨਾ ਪ੍ਰੈਸ਼ਰ ਐਗਜ਼ਰਟ ਕੀਤਾ ਤੇ ਲੈਡ ਦੀ ਡੈਂਸਿਟੀ ਉਦੋਂ ਕਿੰਨੀ ਆ, ਔਰ ਦੂਜੇ ਪਾਸੇ given density of lead is the bulk modulus। हाँ ठीक है, अपन डेंसिटी ऑफ लेड अंडर 11.4 आना बेटा, एक तो वैल्यू सही कर लो, ध्यान रखियो 11.4 ग्राम पर सेंटीमीटर क्यूब डेंसिटी ऑफ लेड नॉर्मल गिवन आ। उन्हें पूछा डेंसिटी ऑफ लेड कितनी हो जाएगी जो उस लेड दे ब्लॉक दे उत्ते, मतलब आ मटीरियल मेरे को गिवन आ, ठीक है, ये लेड ब्लॉक आ गया, ਇਹਦੀ नॉर्मल डेंसिटी मैंने दस दी ਉਹਨੇ ਤੇ ਪੁੱਤ ਮੈਂ ਇਹਦੇ ਤੇ ਜਦੋਂ ਪ੍ਰੈਸ਼ਰ ਪਾਇਆ ਤੇ ਪ੍ਰੈਸ਼ਰ ਪਾਉਣ ਦੇ ਨਾਲ ਇਹ ਚ ਜਿਹੜੀ ਡਿਫਾਰਮੇਸ਼ਨ ਆਈ ਆ ਹਨਾ, ਉਹਦੇ ਕਰਕੇ ਉਹ ਕਹਿੰਦਾ ਜੀ ਇਹਦੀ ਨਵੀਂ ਡੈਂਸਿਟੀ ਮੇਰੇ ਕੋਲ ਦੱਸੋ, ਕਹਿੰਦਾ ਜੀ ਕਿੰਨੀ ਆ ਜਾਏਗੀ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਪਰ ਬਲਕ Yes, sir. ਮੋਡੂਲਸ ਆਪਣੇ ਕੋਲ ਲੈਡ ਦਾ ਬਲਕ ਮੋਡੂਲਸ ਵੀ ਗਿਵਨ ਆ ਤੇ ਦੂਜੇ ਪਾਸੇ ਆਪਣੇ ਕੋਲ ਡੈਂਸਿਟੀ ਵੀ ਗਿਵਨ ਆ ਹਨਾ, ਤੇ ਪ੍ਰੈਸ਼ਰ ਵੀ ਗਿਵਨ ਆ, ਤੇ ਆਪਾਂ ਡੈਂਸਿਟੀ ਆਫ ਲੈਡ ਨਿਊ ਕੰਡੀਸ਼ਨ ਚ ਕੱਢਣੀ ਆ। ਕਿੱਦਾਂ ਕਰਾਂਗੇ ਜੀ ਗੁਰਜੀਵਨ? ਗੁਰਜੀਵਨ सर ਆਪਾਂ ਪਹਿਲਾਂ ਨਾ ਬਲਕ ਮੋਡੂਲਸ ਦਾ ਆਪਣੇ ਕੋਲ ਜਿਹੜਾ ਪ੍ਰੈਸ਼ਰ ਵਾਲਾ ਫਾਰਮੂਲਾ ਹੈ ਨਾ ਉਹ ਲਗਾ ਲਾਂਗੇ ਆਪਾਂ, ਤੇ ਉਹਦੇ ਨਾਲ ਆਪਾਂ ਚੇਂਜ ਇਨ ਵੋਲਿਊਮ ਕੱਢ ਲਾਂਗੇ, ਵੋਲਿਊਮ ਦੇ ਫਾਰਮ ਵਿੱਚ ਹੀ। ਤੇ ਫਿਰ ਆਪਣੇ ਕੋਲ ਨਾ ਜਿਹੜੀ ਨਿਊ ਵੋਲਿਊਮ ਆ ਜਾਏਗੀ ਤੇ ਉਹਦੇ ਨਾਲ ਨਾ, ਕਿਉਂਕਿ ਆਪਣੇ ਕੋਲ ਮਾਸ ਕਾਂਸਟੈਂਟ ਆ ਤੇ ਇਸ ਲਈ v1 into density 1 is equal to v2 into rho 2 ਉਹਦਾ ਹੋ ਜਾਏਗਾ। ਬਿਲकुल ਬਾਜਾ, ਬਿਲकुल ਠੀਕ ਆ ਬੇਟਾ, ਬਿਲकुल ਸਾਰੇ ਸਟੈਪ ਸਹੀ ਆ। ਆਪਣੇ ਕੋਲ ਪੁੱਤ ਜਿਹੜਾ ਕੁਐਸਚਨ ਬਣਦਾ ਪਿਆ ਨਾ, ਆਪਾਂ ਉਹਦੇ ਵੇਰੀਏਬਲ ਨਾਲ ਹੀ ਫੇਰ ਦੁਬਾਰਾ ਗੱਲ ਸ਼ੁਰੂ ਕਰਦੇ ਆ। ਆਪਣੇ ਕੋਲ ਕੁਐਸਚਨ ਦੇ ਅੰਦਰ ਜਿੱਥੋਂ ਉਹਨੇ ਸਟਾਰਟ ਦਿੱਤਾ ਨਾ, ਆਪਣੇ ਕੁਐਸਚਨ ਦੇ ਅੰਦਰ ਉਹਨੇ ਕਿਹਾ ਕਿ ਵੀ ਐਸਐਚ ओरिजिनल ਡੈਂਸਿਟੀ ਲੈਡ ਦੀ ਗਿਵਨ, ਲੈਡ ਦੀ ओरिजिनल ਡੈਂਸਿਟੀ ਨੂੰ ਆਪਾਂ ਐਸਐਚ ρ1 ਮੰਨ ਲੈਨੇ, ρ1 ਦੀ ਵੈਲਿਊ 11.4 ਗ੍ਰਾਮ ਪਰ ਸੀਸੀ ਆਪਣੇ ਕੋਲ ρ1 ਗਿਵਨ ਆ,
और बल्क मॉडुलस अपने को गिवन है। बल्क मॉडुलस की वैल्यू अपने को हैगी है जी 0.08 है ना, देखियो यस सर 0.8 into 10 raised to power 10 पास्कल। आगे बढ़ना, इस पीस दे उत्ते तुसी जदों प्रेशर अप्लाई कीता, प्रेशर अप्लाई कीता तुसी 20,000 न्यूटन पर सेंटीमीटर स्क्वायर। एक ते अपन ਨੂੰ दोनों यूनिट ਜਿਹੜੇ ਨੇ ਉਹ ਕਨਵਰਟ ਕਰਨੇ ਪੈਣੇ ਆ। न्यूटन पर सेंटीमीटर स्क्वायर ਦਾ न्यूटन पर मीटर स्क्वायर आ जाएगा, ਇਹ किलोग्राम पर मीटर क्यूब ਚ ਲੈ ਜਾਾਂਗੇ। ਹੁਣ ਉਹਨੇ ਪੁੱਛਿਆ ਇਹ ਆ ਕਿ ਵੀ ਤੁਹਾਡੇ ਕੋਲ ρ2 ਕਿੰਨਾ ਆਏਗਾ। ਤੇ ਬੱਚੇ ਇੱਕ ਗੱਲ ਹੁਣੀ ਕਰਦੇ ਹਟੇ ਆਪਾਂ ਕਿ ਜਦੋਂ ਲੈਡ ਨੂੰ ਕੰਪਰੈਸ ਕੀਤਾ ਉਦੋਂ ਦੀ ਡੈਂਸਿਟੀ ਚੇਂਜ ਹੋਈ ਆ, ਪਰ ਐਸ ਸੱਚ ਆਪਣੇ ਕੋਲ ਜੇ ਸੋਚ ਕੇ ਇੱਕ ਚੀਜ਼ ਚੱਲੀਏ, ਕਿਆ ਲੈਡ ਨੂੰ ਕੰਪਰੈਸ ਕਰਨ ਦੇ ਨਾਲ ਇਹਦੇ ਮਾਸ ਦੇ ਵਿੱਚ ਕੋਈ ਫਰਕ ਪਊ? No, sir. ਨਹੀਂ ਨਾ। ਇਹਦਾ ਮਤਲਬ ਆ ਕਿ ਕੰਪਰੈਸ ਕਰਨ ਤੋਂ ਪਹਿਲਾਂ ਜਿਹੜਾ ਇਹਦਾ ਮਾਸ ਆ, ਕੰਪਰੈਸ ਕਰਨ ਤੋਂ ਬਾਅਦ ਜਿਹੜਾ ਇਹਦਾ ਮਾਸ ਆ, that remains same। ਜੇ ਮਾਸ ਉਹਦਾ ਸੇਮ ਆ, ਮਾਸ ਅੱਗਿਓਂ ਵੋਲੀਅਮ ਇਨਟੂ ਡੈਂਸਿਟੀ ਤੋਂ ਬਣ ਸਕਦਾ? Yes, sir. ਉਹ ਜਿਨ੍ਹਾਂ ਨੇ ਨਹੀਂ ਕੀਤਾ ਸੀ ਜਾਂ ਜਿਨ੍ਹਾਂ ਕੋਲ ਨਹੀਂ ਸੋਲਵ ਹੋਇਆ, ਕਿਆ ਉਹਨਾਂ ਨੂੰ ਗੱਲ ਸਮਝ ਲੱਗਦੀ ਪਈ? ਯੈਸ ਸਰ। ਯਾਰ ਇੰਨਾ Yes, ਸੁਸਤੀ sir. ਨਾ ਪੜ੍ਹਦੇ ਨਾ, ਜਿਹੜਾ ਇੰਨਾ ਸੁਸਤੀ ਨਾ ਪੜ੍ਹਦੇ ਨੇ, ਸਭ ਤੋਂ ਮਾੜੀ ਚੀਜ਼ ਇਹ ਹੈ। ਤੁਹਾਨੂੰ ਪੂਰੀ ਐਸਾ ਚ ਕਹਿਣਾ ਕਿ ਵੀ ਫੁੱਲ એનર્ਜੀ ਨਾਲ ਪੜ੍ਹ ਲਿਆ ਕਰੋ, ਫਿਰ ਸੁਸਤੀ ਪਾ ਕੇ ਬੈਠੇ ਵਿੱਚ। ਆਪਣੇ ਕੋਲ ਇਹ ਪ੍ਰਾਪਰਟੀ ਹੈਗੀ ਆ ਕਿ ਜਦੋਂ ਮੈਂ ਇਹਨੂੰ ਕੰਪਰੈਸ ਕਰਦਾ ਪਿਆ, ਪ੍ਰੈਸ਼ਰ ਲਗਾ ਰਿਹਾ, ਤੇ ਇਹਦਾ ਐਸ ਸੱਚ ਡੈਂਸਿਟੀ ਚ ਚੇਂਜ ਹੋਈ ਆ, ਠੀਕ ਹੈ। ਦੂਜੇ ਪਾਸੇ ਮੈਨੂੰ ਪਤਾ ਕੰਪਰੈਸ ਕਰਨ ਨਾਲ ਇਹਦਾ ਵੋਲੀਅਮ ਚੇਂਜ ਹੋਇਆ ਹੋਊਗਾ, ਤਦੇ ਇਹਦੀ ਡੈਂਸਿਟੀ ਚ ਚੇਂਜ ਆਈ ਆ। ਔਰ ਵੋਲੀਅਮ ਤੇ ਡੈਂਸਿਟੀ ਆਪਸ ਇੱਕ ਦੂਜੇ ਨਾਲ ਮਾਸ ਦੇ ਥਰੂ ਲਿੰਕ ਹੁੰਦੇ ਆ। Yes, sir. Yes, sir. Yes, sir. Yes, sir. ਬਣਾਣਾ, ਜੇ ਮੈਂ ਕੁਐਸਚਨ ਬਣਾਣਾ ਤੇ ਕੁਝ ਚੀਜ਼ਾਂ ਦਿਮਾਗ 'ਚ ਪਹਿਲਾਂ ਤਿਆਰ ਕਰਨੀਆਂ ਪੈਣੀਆਂ ਤੁਹਾਨੂੰ। ਇਹਦਾ ਮਤਲਬ ਇਹ ਹੋਏਗਾ ਕਿ ਜੇ ਮੈਂ ਡੈਂਸਿਟੀ ਦਿੱਤੀ ਆ, ਡੈਂਸਿਟੀ ਲੱਭਣੀ ਆ, ਤੇ ਇਹ ਡੈਂਸਿਟੀ ਆਪਸ ਵਿੱਚ ਬਲਕ ਮੋਡੂਲਸ ਨਾਲ ਜੇ ਮੈਂ ਲਿੰਕ ਕਰਨੀ ਆ, ਤੇ ਆਪਣਾ ਬਲਕ ਮੋਡੂਲਸ ਦਾ ਕੀ ਫਾਰਮੂਲਾ ਹੁੰਦਾ ਜੀ? ਬਲਕ ਮੋਡੂਲਸ ਦਾ ਫਾਰਮੂਲਾ ਬੋਲੋ ਕੀ ਸੀ? F upon A into V upon delta V. F upon A into delta V by V, यानी अपने को बनया सी माइनस P into V by delta V। ठीक है जी? Yes, sir. ਇਹਦਾ Yes, sir. ਮਤਲਬ ਵੋਲੀਅਮ 'ਚ ਚੇਂਜ ਆਈ ਹੋਊਗੀ, ਵੋਲੀਅਮ 'ਚ ਚੇਂਜ ਆਈ ਹੋਊਗੀ ਇਸ ਪ੍ਰੈਸ਼ਰ ਦੇ ਕਰਕੇ, ਇਸ ਬਲਕ ਮੋਡੂਲਸ ਦੇ ਕਰਕੇ, ਇਸ ਕਰਕੇ ਵੋਲੀਅਮ ਦੀ ਚੇਂਜ ਕਰਕੇ ਉਹਦੀ ਡੈਂਸਿਟੀ 'ਚ ਚੇਂਜ ਆਈ ਆ। ਆਪਾਂ ਜੇ ਇਸ ਕੰਡੀਸ਼ਨ ਨੂੰ ਬਣਾਣਾ ਤੇ ਆਪਾਂ ਇਹਦੇ ਅੰਦਰ ਐਸਾ ਕੀ ਕਰੋ, ਇਹ ਤੋਂ ਡੈਲਟਾ V ਦੀ ਵੈਲਿਊ ਬਣਾ ਦਿਓ PV ਬਾਈ ਬਲਕ ਮੋਡੂਲਸ ਦੀ ਫਾਰਮ 'ਚ। ਇੰਨੀ ਗੱਲ ਸਮਝ ਲੱਗੀ? Yes, sir. ਹੁਣ ਆਪਣੇ ਕੁਐਸਚਨ ਦੇ ਅੰਦਰ ਕੀ ਆ, P ਵੀ ਹੈਗਾ, B ਵੀ ਹੈਗਾ, ओरिजिनल ਵੋਲੀਅਮ ਆਪਣੇ ਕੋਲ ਹੈ ਨਹੀਂ, ਪਰ ਆਪਾਂ ਜੇ ਚੇਂਜ ਇਨ ਵੋਲੀਅਮ ਨੂੰ ਲਿਖੀਏ ਤੇ ਮੇਰਾ ਚੇਂਜ ਇਨ ਵੋਲੀਅਮ ਕੀ ਹੋਏਗਾ? ਜੇ ਬੁੱਤੇ ਇੱਥੇ ਮੈਂ ਚੇਂਜ ਇਨ ਵੋਲੀਅਮ ਨੂੰ ਲਿਖਣਾ ਹੋਵੇ, ਹੁਣ ਇੱਥੇ ਕਰਾਂਗਾ ਕੁਐਸਚਨ, ਠੀਕ ਹੈ। ਜੇ ਆਪਾਂ ਇੱਥੇ ਚੇਂਜ ਇਨ ਵੋਲੀਅਮ ਨੂੰ ਕਹੀਏ ਤੇ ਚੇਂਜ ਇਨ ਵੋਲੀਅਮ ਮੇਰੇ ਕੋਲ ਜਿਹੜਾ ਕੀ ਆਏਗਾ, ओरिजिनल ਵੋਲੀਅਮ ਤੇ ਨਿਊ ਵੋਲੀਅਮ ਦਾ ਡਿਫਰੈਂਸ ਆ ਜਾਊ। Yes, sir. Yes, sir. ਇਹਦਾ ਮਤਲਬ ਜੇ ਮੈਂ ਇੱਥੇ ਲਿਖਾਂ ਹੇਅਰ, ਮੇਰੇ ਕੋਲ ਡੈਲਟਾ V ਜਿਹੜਾ ਵਾ, ਇਹਨੂੰ ਮੈਂ V ਮਾਈਨਸ V ਡੈਸ਼ ਬਣਾ ਲਾ, ਤੇ ਦੂਜੇ ਪਾਸੇ ਡੈਲਟਾ V ਦਾ ਆ ਫਾਰਮੂਲਾ ਵਾ। ਇਹਦਾ ਮਤਲਬ ਇਹਨਾਂ ਦੋਨਾਂ ਨੂੰ ਜੇ ਮੈਂ ਇਕੁਏਟ ਕਰ ਲਵਾਂ, ਆ ਦੋਨੇ ਫਾਰਮੂਲੇ ਨੂੰ ਮੈਂ ਇਕੁਏਟ ਕਰ ਲਵਾਂ, ਇਥੋਂ ਮੇਰਾ ਨਵਾਂ ਵੋਲੀਅਮ ਬਣ ਜਾਊ। Yes, Yes, sir. sir. Yes, sir. ਮਤਲਬ V ਮਾਈਨਸ V ਡੈਸ਼ ਤੇ ਇਹ ਆਪਸ ਵਿੱਚ ਇਕੁਏਟ ਕਰੀਏ, V ਡੈਸ਼ ਉਧਰ ਲੈ ਚੱਲੋ, ਆਪਣੀ ਟਰਮ ਬਣ ਗਈ V ਮਾਈਨਸ PV ਬਾਈ V। ਇਹਦਾ ਮਤਲਬ ਆਪਣੇ ਕੋਲ V ਡੈਸ਼ ਦੀ ਵੈਲਿਊ V into 1 ਮਾਈਨਸ P ਬਾਈ V ਆ ਜਾਊ। Yes, sir. Yes, sir. ਇੱਥੇ ਸੋਚੋ, ਹੁਣ ਇੱਥੇ ਸੋਚੋ ਆਪਾਂ ਵੋਲੀਅਮ ਨੂੰ ਜੇ ਲਿਖਣਾ ਹੋਵੇ, ਵੋਲੀਅਮ ਨੂੰ ਅਸੀਂ ਐਸਾ ਚ ਲਿਖਣਾ ਹੋਵੇ ਤੇ ਇਹਨੂੰ ਮੈਂ ਮਾਸ ਬਾਈ ਡੈਂਸਿਟੀ ਲਿਖ ਸਕਦਾ, Yes, sir. Yes, sir. ਕਿਉਂਕਿ ਆਪਾਂ ਅਲਟੀਮੇਟ ਡੈਂਸਿਟੀ ਤੱਕ ਪਹੁੰਚਣਾ ਵਾ। ਆਪਾਂ ਪਹੁੰਚੇ ਵੋਲੀਅਮ ਚ, ਵੋਲੀਅਮ ਤੋਂ ਜੇ ਮੈਂ ਡੈਂਸਿਟੀ ਤੱਕ ਜਾਣਾ ਤੇ ਡੈਂਸਿਟੀ ਤੇ ਵੋਲੀਅਮ ਮਾਸ ਦੇ ਥਰੂ ਲਿੰਕ ਹੋਣੇ ਆ। Yes, sir. ਯੈਸ। ਇਹਨੂੰ ਮੈਂ ਲਿਖ ਲਵਾਂ ਤੇ ਇਹਨੂੰ ਮੈਂ m ਬਾਈ ρ1 ਸੌਰੀ m ਬਾਈ ρ2 ਲਿਖ ਦੂੰਗਾ। ਇਹਨੂੰ ओरिजिनल ਨੂੰ ਲਿਖ ਲਵਾਂ ਤੇ m ਬਾਈ ρ1 ਲਿਖ ਲਾਂਗਾ, 1 ਮਾਈਨਸ P ਬਾਈ B ਐਸ ਸੱਚ ਲਿਖੋ। ਬਹੁਤਾ ਛੋਟਾ ਤਾਂ ਨਹੀਂ ਦਿਖਦਾ ਪਿਆ ਲਿਖਿਆ?
ਉਹ ਨਿਆਣਿਓ सर कर दो ਦਿਖਦਾ ਪਿਆ ਲਿਖਿਆ ਕਿ ਨਹੀਂ? यस सर ਮੈਂ ਕਹਿੰਦਾ ਇੱਥੇ ਕੀ ਨਿਬੇੜ ਲਈਏ ਇਹਨੂੰ। ਚਲੋ ਹੁਣ ਜੇ ਇਹਦੇ ਵਿੱਚ ਦੇਖੀਏ ਤਾਂ ਆਪਾਂ ਮਾਸ ਨੂੰ m1 m2 ਨਹੀਂ ਲਿਖਿਆ ਨਾ, ਉਹਦਾ ਕਾਰਨ ਇਹ ਹੋਏਗਾ ਮਾਸ ਸਾਡਾ ਸੇਮ ਆ ਬੇਟਾ, ਇਸ ਲਈ ਆਪਣੇ ਕੋਲ ਇਤੋਂ ਜੇ ਫਾਰਮੂਲਾ ਬਣਾ ਲਓ ਤੇ 1/ρ2 equal to 1/ρ1 into 1 minus p/b। ਤੇ ਪੁੱਤ ਜਿਵੇਂ ਐਸਐਚ ਇਹਦੇ ਚ ρ1 ਵੀ ਆਪਣੇ ਕੁਐਸਚਨ ਚ ਗਿਵਨ ਆ, p ਵੀ ਆਪਣੇ ਕੁਐਸਚਨ ਦੇ ਅੰਦਰ ਗਿਵਨ ਆ ਤੇ b ਵੀ ਆਪਣੇ ਕੁਐਸਚਨ ਚ ਗਿਵਨ ਆ। ਜੇ ਇਹ ਸਾਰੇ ਵੇਰੀਏਬਲ ਪੁੱਟ ਅਪ ਕਰ ਲਾਂ 1/ρ2 ਆ ਗਿਆ। यस सर Yes, sir. sir 1/ρ2 ਦੀ ਜਿੰਨੀ ਵੈਲਿਊ ਆਏਗੀ ਲਾਸਟ ਆ ਕੇ ਉਹਨੂੰ ਰੈਸੀਪ੍ਰੋਕਲ ਕਰ ਲਓ, ਆਪਣਾ ρ2 ਨਿਕਲ ਆਏਗਾ। ਇਹਦਾ ਮਤਲਬ ਆ ρ2 ਦੀ ਵੈਲਿਊ ਜਿਹੜੀ ਆ, ਠੀਕ ਹੈ ਜੀ, ਇਹ ਇਸ ਫਾਰਮੂਲੇ ਨੂੰ ਸੋਲਵ ਕਰਕੇ ਕੈਲਕੂਲੇਟ ਕਰ ਦੋ ਤੇ ਆਪਣੇ ਕੋਲ ਨਿਊ ਡੈਂਸਿਟੀ ਜਿਹੜੀ ਉਹਦੀ ਉਹ ਕੈਲਕੂਲੇਟ ਹੋ ਜਾਏਗੀ। ਕਿਆ ਕਲੀਅਰ ਹੈ ਨੂਮੈਰੀਕਲ ਕਿੱਦਾਂ ਕਰ ਰਹੇ ਆਪਾਂ? यस सर यस सर ਯੈਸ ਸਰ। Yes, sir. ਤੁਹਾਡਾ ਟੈਸਟ ਕਿਹੜਾ ਅਗਲਾ?